ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰਾਂ ਦੇ ਹਜ਼ੂਰ ਜੁੜ ਮਿਲ ਬੈਠੇ ਰੱਬ ਰੂਪ ਗੁਰੂ ਸਤਸੰਗੀਆਂ, ਸਤਿਗੁਰੂ ਜੀ ਦੀ ਬਖਸ਼ਿਸ਼ ਦੁਆਰਾ ਗੁਰੂ ਦੇ ਦਰ ਜੁੜ ਕੇ ਬਹਿਣ ਦਾ ਸਮਾਂ ਨਸੀਬ ਹੋਇਆ। ਸਤਿਗੁਰੂ ਜੀ ਦੀ ਬਾਣੀ ਰਾਹੀਂ ਵਾਹਿਗੁਰੂ ਨਾਲ ਜੁੜਨ ਦਾ, ਸਾਂਝ ਪਾਉਣ ਦਾ ਨਿਮਾਣਾ ਜਿਹਾ ਉਪਰਾਲਾ ਕਰ ਰਹੇ ਹਾਂ। ਸਤਿਗੁਰੂ ਜੀ ਰਹਿਮਤ ਕਰਦੇ ਹਾਂ, ਅੱਜ ਦੇ ਇਸ ਬਚਨ ਅੰਦਰ ਸਾਨੂੰ ਸੋਝੀ ਦਿੰਦੇ ਨੇ ਕਿ ਵਾਹਿਗੁਰੂ ਨੇ ਮਨੁੱਖ ਨੂੰ ਬੜਾ ਸੁੰਦਰ ਸਿਰਜਿਆ। ਉਸਨੇ ਸਾਡੇ ਸਰੀਰ ਦੀ ਘਾੜਤ ਬੜੀ ਖੂਬਸੂਰਤ ਘੜੀ, ਸੋਹਣੀ ਸਰੂਪ ਸੁਜਾਨ ਵਿਚਖਣ। ਸਤਿਗੁਰੂ ਕਹਿੰਦੇ ਜਿਹੜੇ ਸਰੀਰ ਦੇ ਅੰਦਰ ਜਿੰਦ ਰਹਿੰਦੀ ਹੈ, ਸਾਡੇ ਸਰੀਰ ਅੰਦਰ, ਇਸ ਸਰੀਰ ਦੀ, ਇਸ ਦੇਹੀ ਦੀ ਵਾਹਿਗੁਰੂ ਨੇ ਘਾੜਤ ਬੜੀ ਪਿਆਰੀ ਕੱਢ ਦਿੱਤੀ ਹੈ। ਸੋਹਣੀ ਸੋਹਣੀ ਦੇਹੀ, ਸਰੂਪ ਬੜੇ ਸੋਹਣੇ ਸਰੂਪ ਵਾਲੀ, ਬੜਾ ਸੁੰਦਰ ਰੂਪ, ਸੁਜਾਨ ਬੜੀ ਸਿਆਣੀ, ਬੜੀ ਸੂਝਵਾਨ, ਵਿਚਖਣ ਚੰਗੇ ਗੁਣਾਂ ਵਾਲੀ, ਜਿਹਦੇ ਗੁਣ ਵੀ ਨੇ ਤੇ ਜਿਹਦੇ ਨੈਣ ਨਕਸ਼ ਵੀ ਬਹੁਤ ਚੰਗੇ ਨੇ। ਇਹ ਦੇਹੀ ਉਸ ਵਾਹਿਗੁਰੂ ਨੇ ਇਹ ਸਿਰਜੀ। ਸਤਿਗੁਰੂ ਸਮਝਾਉਂਦੇ ਨੇ ਬਾਣੀ ਅੰਦਰ ਕਿ ਵਾਹਿਗੁਰੂ ਨੇ ਇਹ ਸੁੰਦਰ ਸਰੂਪ ਬਖਸ਼ਿਆ। ਉਸਨੇ ਸਾਨੂੰ ਕਿਸ ਮੂਲ ਤੋਂ ਕੈਸਾ ਸੁੰਦਰ ਸਿਰਜ ਦਿੱਤਾ। ਸਤਿਗੁਰੂ ਕਹਿੰਦੇ ਨਿਰਗੁਣ ਯਾਰ ਇਆਨਿਆ ਸੋ ਪ੍ਰਭ ਸਦਾ ਸੰਭਾਲ, ਜਿਨ ਕੀਆ ਤਿਸ ਚੀਤ ਰੱਖ। ਜਿਸ ਵਾਹਿਗੁਰੂ ਨੇ ਤੈਨੂੰ ਕੀਤਾ, ਪੈਦਾ ਕਰਿਆ, ਉਹਨੂੰ ਆਪਣੇ ਚਿੱਤ ਵਿੱਚ ਰੱਖ। ਉਸਨੇ ਵੇਖ ਤੇਰਾ ਕਿੰਨਾ ਸੁੰਦਰ ਸਰੂਪ ਸਿਰਜਿਆ। ਕਵਨ ਮੂਲ ਤੇ, ਕਿਸ ਮੂਲ ਤੋਂ ਉਸ ਵਾਹਿਗੁਰੂ ਨੇ ਤੈਨੂੰ ਐਸਾ ਸੁੰਦਰ ਸਿਰਜ ਦਿੱਤਾ। ਜਦੋਂ ਅਸੀਂ ਜਨਮੇ ਸਾਂ, ਜਿਸ ਦਿਨ ਸਾਡਾ ਜਨਮ ਹੋਇਆ ਸੀ, ਉਸ ਦਿਨ ਅਸੀਂ ਕੈਸੇ ਦਿਸਦੇ ਸਾਂ ਤੇ ਹੁਣ ਅਸੀਂ ਕੈਸੇ ਦਿਸਦੇ ਹਾਂ। ਸਾਡੇ ਇਸ ਜਨਮ ਤੋਂ ਲੈ ਕੇ ਹੁਣ ਤੱਕ ਦੇ, ਅੱਜ ਦੇ ਦਿਨ ਤੱਕ, ਸਾਡੇ ਸਰੀਰ ਅੰਦਰ ਬਹੁਤ ਸਾਰੇ ਬਦਲਾਵ ਆ ਗਏ। ਇਹ ਸਰੀਰ ਕੈਸਾ ਸੁੰਦਰ ਸਾਡੇ ਸਾਹਮਣੇ ਪ੍ਰਗਟ ਹੋਇਆ। ਸਤਿਗੁਰੂ ਕਹਿੰਦੇ ਉਹਨੇ ਸਜਾ ਸਵਾਰ ਕੇ ਇਸ ਸਰੀਰ ਨੂੰ ਘੜਿਆ। ਗਰਭ ਅਗਨ ਮੈਂ ਉਸਨੇ, ਸਤਿਗੁਰੂ ਕਹਿੰਦੇ, ਉਬਾਰਿਆ। ਉਸਨੇ ਹਰ ਥਾਂ ਸਹਾਈ ਹੋ ਕੇ ਸਾਡੀ ਮਦਦ ਕਰੀ। ਤੂੰ ਸਤਿਗੁਰੂ ਕਹਿੰਦੇ ਆਪਣੇ ਆਪ ਨੂੰ ਵੇਖ। ਸਾਡੀ ਦਿੱਕਤ ਇਹ ਹੈ ਕਿ ਅਸੀਂ ਆਪਣੇ ਆਪ ਨੂੰ ਦੇਖਣ ਦੀ ਬਜਾਏ ਅਸੀਂ ਦੂਸਰਿਆਂ ਨਾਲ ਆਪਣੇ ਆਪ ਨੂੰ ਕੰਪੇਅਰ ਕਰਕੇ ਵੇਖਦੇ ਰਹਿੰਦੇ ਹਾਂ। ਦੂਸਰਿਆਂ ਦੀਆਂ ਚੀਜ਼ਾਂ ਨਾਲ, ਦੂਸਰਿਆਂ ਦੇ ਘਰ ਨਾਲ, ਦੂਸਰਿਆਂ ਦੀਆਂ ਕਾਰਾਂ ਨਾਲ, ਦੂਸਰਿਆਂ ਦੀਆਂ ਵਸਤੂਆਂ, ਦੂਸਰਿਆਂ ਦੇ ਕੱਪੜਿਆਂ ਨਾਲ, ਦੂਸਰਿਆਂ ਦੇ ਹਾਰ ਸ਼ਿੰਗਾਰ ਨਾਲ ਆਪਣੇ ਆਪ ਨੂੰ ਮਿਲਾ ਕੇ ਦੇਖਦੇ ਰਹਿੰਦੇ ਹਾਂ। ਜਦੋਂ ਦੂਸਰਿਆਂ ਦੀਆਂ ਚੀਜ਼ਾਂ ਸਾਨੂੰ ਆਪਣੇ ਨਾਲੋਂ ਵੱਧ ਦਿਸਦੀਆਂ ਤਾਂ ਫਿਰ ਸਾਨੂੰ ਲੱਗਦਾ ਕਿ ਸਾਡੇ ਕੋਲ ਤਾਂ ਕੁਝ ਵੀ ਨਹੀਂ ਹੈ, ਉਹ ਬੰਦੇ ਸਾਡੇ ਨਾਲੋਂ ਚੰਗੇ ਨੇ,
ਉਹ ਸਾਡੇ ਨਾਲੋਂ ਸੋਹਣੇ ਨੇ, ਉਹ ਸਾਡੇ ਨਾਲੋਂ ਉੱਚੇ ਨੇ। ਅਸੀਂ ਇਸ ਢੰਗ ਨਾਲ ਖੁਦ ਨੂੰ ਦੇਖਦੇ ਹਾਂ, ਕੰਪੇਅਰ ਕਰਦੇ ਹਾਂ। ਜਾਂ ਬੰਦਾ ਦੂਸਰਿਆਂ ਨੂੰ ਵੱਡਾ ਦੇਖ ਕੇ ਆਪਣੇ ਆਪ ਨੂੰ ਛੋਟਾ ਜਾਣਦਾ ਹੈ ਤੇ ਈਰਸ਼ਾ ਕਰਦਾ ਹੈ ਉਹਨਾਂ ਨਾਲ, ਜਾਂ ਫਿਰ ਦੂਸਰਿਆਂ ਨੂੰ ਛੋਟਾ ਜਾਣ ਕੇ ਹੰਕਾਰ ਕਰਦਾ ਹੈ ਕਿ ਦੂਸਰੇ ਤਾਂ ਮੇਰੇ ਨਾਲੋਂ ਛੋਟੇ ਨੇ। ਬਸ ਇਹੀ ਦੋ ਬਿਰਤੀਆਂ ਨੇ ਬੰਦੇ ਦੀਆਂ। ਦੂਸਰਿਆਂ ਨਾਲ ਕੰਪੇਅਰ ਕਰਕੇ ਜਾਂ ਖੁਦ ਨੂੰ ਵੱਡਾ ਜਾਣੇਗਾ ਜਾਂ ਖੁਦ ਨੂੰ ਛੋਟਾ ਜਾਣੇਗਾ, ਪਰ ਇਹਦੇ ਵਿੱਚੋਂ ਸਮਝੇਗਾ ਕੁਝ ਵੀ ਨਹੀਂ। ਆਪਣੇ ਆਪ ਨੂੰ श्रेष्ठ ਜਾਂ ਚੰਗਾ ਜਾਣਨ ਲਈ ਦੂਸਰਿਆਂ ਨੂੰ ਛੋਟਾ ਸਮਝਣ ਦੀ ਜ਼ਰੂਰਤ ਨਹੀਂ ਹੁੰਦੀ ਕਿ ਦੂਸਰਾ ਬੰਦਾ ਨੀਵਾਂ ਹੋਵੇਗਾ ਮੈਂ ਤਾਂ ਹੀ ਉੱਚਾ ਹੋਊਂਗਾ, ਕੋਈ ਹੋਰ ਆਦਮੀ ਉਹ ਗਰੀਬ ਹੋਏਗਾ ਤਾਂ ਮੈਂ ਅਮੀਰ ਹੋਵਾਂਗਾ। ਐਸਾ ਨਹੀਂ। ਬਹੁਤੀ ਵੇਰਾਂ ਸਾਡਾ ਉੱਚਾ ਹੋਣਾ ਦੂਸਰਿਆਂ ਦੇ ਛੋਟੇ ਹੋਣ ਦੇ ਉੱਤੇ ਨਿਰਭਰ ਕਰਦਾ ਹੈ। ਇੱਕ ਆਦਮੀ ਸੀ, ਉਹਦਾ ਘਰ ਜਿਸ ਮੁਹੱਲੇ ਵਿੱਚ, ਜਿਸ ਸੈਕਟਰ ਵਿੱਚ ਉਹ ਰਹਿੰਦਾ ਸੀ, ਸਭ ਤੋਂ ਵੱਡਾ ਤੇ ਆਲੀਸ਼ਾਨ ਘਰ ਸੀ ਉਹਦਾ, ਸਭ ਤੋਂ ਵੱਡਾ ਘਰ ਸੀ ਉਹਦਾ। ਤੇ ਜਦੋਂ ਵੀ ਉਹਦੇ ਘਰ ਵਿੱਚ ਕੋਈ ਜਾਂਦਾ ਤਾਂ ਉਹ ਆਪਣਾ ਘਰ ਉਸ ਬੰਦੇ ਨੂੰ ਜ਼ਰੂਰ ਦਿਖਾਉਂਦਾ, ਕੱਲਾ ਕੱਲਾ ਕਮਰਾ, ਕਿਹੜੇ ਕਮਰੇ ਵਿੱਚ ਕਿਹੜਾ ਕਿਹੜਾ ਸਮਾਨ ਹੈ, ਕਿੱਥੋਂ ਕਿੱਥੋਂ ਕਿਹੜੀਆਂ ਕਿਹੜੀਆਂ ਚੀਜ਼ਾਂ ਲਿਆ ਕੇ ਆਪਣੇ ਘਰ ਦੇ ਵਿੱਚ ਲਾਈਆਂ ਨੇ, ਪੱਥਰ ਕਿੱਥੋਂ ਆਇਆ, ਆ ਜਿਹੜੀਆਂ ਕਈ ਤਰ੍ਹਾਂ ਦੀਆਂ ਤਸਵੀਰਾਂ ਆਪਣੇ ਘਰਾਂ ਦੀਆਂ ਕੰਧਾਂ ਤੇ ਟੰਗੀਆਂ ਹੋਈਆਂ ਨੇ ਮਹਿੰਗੇ ਮੁੱਲ ਦੀਆਂ, ਇਹ ਕਿੱਥੋਂ ਆਈਆਂ, ਕਿਹੜੇ ਪੇਂਟਰ ਨੇ ਤਿਆਰ ਕੀਤੀਆਂ, ਉਹ ਕੱਲੀ ਕੱਲੀ ਚੀਜ਼ ਦੱਸਦਾ। ਭਾਵੇਂ ਉਹਦੇ ਘਰ ਵਿੱਚ ਉਹ ਆਦਮੀ ਜਿਹਨੂੰ ਉਹ ਦੱਸ ਰਿਹਾ ਉਹ ਪਹਿਲਾਂ ਵੀ ਕਈ ਵਾਰੀ ਆ ਗਿਆ ਹੋਵੇ। ਜਦੋਂ ਵੀ ਕੋਈ ਉਹਦੇ ਘਰ ਵਿੱਚ ਆਉਂਦਾ ਉਹ ਇਸੇ ਤਰ੍ਹਾਂ ਕਰਦਾ। ਚਾਹ ਪੀਣ ਲੱਗਦੇ ਤਾਂ ਉਹ ਦੱਸਣ ਲੱਗ ਜਾਂਦਾ, ਇਹ ਕੱਪ ਮੈਂ ਜਾਪਾਨ ਤੋਂ ਮੰਗਵਾਏ ਨੇ। ਜਿੱਥੇ ਟੇਬਲ ਹੈ ਨਾ ਜਿਹੜਾ ਜਿਹਦੇ ਉੱਤੇ ਚਾਹ ਦੇ ਕੱਪ ਰੱਖੇ ਨੇ, ਇਹ ਟੇਬਲ ਮੈਂ ਫਲਾਣੀ ਥਾਂ ਤੋਂ ਬਣਵਾਇਆ। ਹਮੇਸ਼ਾ ਐਸਾ ਹੀ ਕਰਦਾ ਉਹ। ਇੱਕ ਦਿਨ ਰਜੂਸ਼ ਉਹਦੇ ਘਰ ਪਹੁੰਚ ਗਿਆ। ਪਹਿਲਾਂ ਵੀ ਉਹਦੇ ਘਰ ਕਈ ਵਾਰੀ ਆਇਆ ਸੀ, ਪਰ ਉਹ ਇਸ ਵਾਰੀ ਹੈਰਾਨ ਹੋਇਆ ਕਿ ਹੁਣ ਉਸਨੇ ਆਪਣੇ ਘਰ ਦੀ ਗੱਲ ਨਹੀਂ ਕੀਤੀ ਕੋਈ। ਉਹਨੇ ਚਾਹ ਪਾਣੀ ਪਿਲਾਇਆ, ਨਾ ਉਹਨੇ ਕੱਪਾਂ ਦਾ ਜ਼ਿਕਰ ਕੀਤਾ, ਨਾ ਉਹਨੇ ਸੋਫੇ ਦਾ ਜ਼ਿਕਰ ਕੀਤਾ, ਨਾ ਉਹਨੇ ਘਰ ਦੀਆਂ ਚੀਜ਼ਾਂ ਦਾ ਜ਼ਿਕਰ ਕੀਤਾ। ਰਜੂਸ਼ ਫਕੀਰ ਆਦਮੀ ਸੀ। ਉਹਨੇ ਪੁੱਛਿਆ ਕਿ ਕੀ ਗੱਲ ਭਾਈ, ਅੱਜ ਆਪਣਾ ਘਰ ਨਹੀਂ ਦਿਖਾਉਣਾ? ਅੱਗੇ ਤਾਂ ਹਰ ਵਾਰੀ ਆਪਣੇ ਘਰ ਦੀ ਗੱਲ ਕਰਦਾ, ਕੀ ਹੋਇਆ, ਠੀਕ ਹੈ ਤੂੰ? ਉਸਨੇ ਕਿਹਾ ਮੈਂ ਤਾਂ ਠੀਕ ਹਾਂ, ਪਰ ਹੁਣ ਕੀ ਦੱਸਣਾ, ਕੀ ਦੱਸਾਂ ਹੁਣ ਮੈਂ ਆਪਣੇ ਘਰ ਬਾਰੇ? ਉਸਨੇ ਕਿਹਾ ਕੀ ਹੋਇਆ, ਕੋਈ ਨੁਕਸਾਨ ਹੋ ਗਿਆ, ਕੋਈ ਚੋਰੀ ਹੋ ਗਈ, ਕੋਈ ਕਿਸੇ ਤਰ੍ਹਾਂ ਦੀ ਕੋਈ ਚੀਜ਼ ਟੁੱਟ ਭੱਜ ਗਈ? ਉਹਨੇ ਕਿਹਾ ਨਹੀਂ ਐਸਾ ਕੁਛ ਨਹੀਂ ਹੋਇਆ। ਰਜੂਸ਼ ਕਹਿੰਦਾ ਜੀ ਐਸਾ ਕੁਛ ਨਹੀਂ ਹੋਇਆ, ਫਿਰ ਕੀ ਗੱਲ ਹੈ? ਉਹਨੇ ਕਿਹਾ ਗੱਲ ਕੁਛ ਨਹੀਂ, ਆ ਸਾਡੇ ਥੋੜੇ ਦੂਰ ਨਾ 2-4 ਘਰ ਛੱਡ ਕੇ ਇੱਕ ਆਦਮੀ ਨੇ ਐਸਾ ਹੀ ਇਸ ਤੋਂ ਥੋੜਾ ਜਿਹਾ ਵੱਡਾ ਘਰ ਬਣਾ ਲਿਆ, ਮੇਰੇ ਘਰ ਨਾਲੋਂ ਥੋੜਾ ਜਿਹਾ ਵੱਡਾ ਘਰ ਬਣਾ ਲਿਆ। ਉਸ ਘਰ ਦੀ ਜਗ੍ਹਾ ਵੀ ਜ਼ਿਆਦੀ ਹੈ, ਉਹਦੇ ਕਮਰੇ ਵੀ ਜ਼ਿਆਦੇ ਨੇ, ਉਹਨੇ ਚੀਜ਼ਾਂ ਵੀ ਹੋਰ ਬਹੁਤ ਸਾਰੀਆਂ ਲਿਆ ਕੇ ਲਾਈਆਂ, ਮੈਂ ਸੁਣਿਆ। ਇਸ ਲਈ ਹੁਣ ਕੀ ਫਾਇਦਾ ਆਪਣੇ ਘਰ ਦੀਆਂ ਸਿਫਤਾਂ ਕਰਨ ਦਾ? ਹੁਣ ਕੀ ਲਾਭ? ਕਿਉਂਕਿ ਮਜ਼ਾ ਤਾਂ ਉਦੋਂ ਤੱਕ ਹੀ ਸੀ ਜਦੋਂ ਤੱਕ ਬਾਕੀ ਛੋਟੇ ਸਨ ਤੇ ਮੈਂ ਵੱਡਾ ਸੀ।
ਆਪਣੇ ਵੱਡੇ ਹੋਣ ਦਾ ਮਜ਼ਾ ਉਦੋਂ ਤੱਕ ਹੀ ਹੈ ਜਦੋਂ ਬਾਕੀ ਛੋਟੇ ਨੇ। ਜਦੋਂ ਦੂਸਰਿਆਂ ਦੇ ਘਰ ਛੋਟੇ ਨੇ ਤਾਂ ਆਪਣੇ ਘਰ ਦੇ ਵੱਡੇ ਹੋਣ ਦਾ ਰਸ ਫੇਰ ਹੀ ਆਉਂਦਾ ਹੈ। ਜਦੋਂ ਸਾਰੇ ਬਰਾਬਰ ਹੋ ਜਾਂਦੇ ਨੇ ਫਿਰ ਰਸ ਕਾਹਦਾ? ਫਿਰ ਹੁਣ ਕੀ ਕਹੇ, ਹੁਣ ਕੀ ਦੱਸੇ? ਇਸ ਲਈ ਲੋਕ ਇਸ ਢੰਗ ਨਾਲ ਦੁਨੀਆ ਨੂੰ ਦੇਖਦੇ ਨੇ, ਜੀਵਨ ਜਿਉਂਦੇ ਨੇ। ਤਾਂ ਹੀ ਤਾਂ ਹਰ ਬੰਦਾ ਇਸ ਦੌੜ ਵਿੱਚ ਲੱਗਾ ਹੋਇਆ ਹੈ ਕਿ ਮੈਂ ਦੂਸਰੇ ਨਾਲੋਂ ਵੱਖਰਾ ਕੁਝ ਅਲੱਗ ਕਰਾਂ, ਤਾਂ ਕਿ ਦੂਸਰੇ ਨੂੰ ਪਤਾ ਲੱਗੇ ਕਿ ਇਹ ਆਦਮੀ ਤਾਂ ਬਹੁਤ ਵੱਡਾ ਹੈ। ਪੈਸੇ ਦੀ ਦੌੜ ਇਸੇ ਕਰਕੇ ਲੱਗੀ ਹੋਈ ਹੈ, ਚੀਜ਼ਾਂ ਹਾਸਲ ਕਰਨ ਦੀ ਦੌੜ ਇਸੇ ਕਰਕੇ ਲੱਗੀ ਹੋਈ ਹੈ, ਵੱਡਾ ਘਰ ਬਣਾਉਣ ਦੀ ਦੌੜ ਇਸੇ ਕਰਕੇ ਲੱਗੀ ਹੈ, ਵੱਡੇ ਰੁਤਬੇ ਹਾਸਲ ਕਰਨ ਦੀ ਦੌੜ ਇਸੇ ਕਰਕੇ ਲੱਗੀ ਹੈ ਕਿ ਵੱਡੇ ਹੋ ਜਾਈਏ, ਵੱਡਾ ਬਣਨਾ ਹੈ। ਸਾਡੇ ਦਿਮਾਗ ਵਿੱਚ ਬਚਪਨ ਤੋਂ ਹੀ ਇਹ ਗੱਲ ਪਾ ਦਿੱਤੀ ਜਾਂਦੀ ਹੈ ਕਿ ਵੱਡੇ ਹੋ ਕੇ ਵੱਡੇ ਆਦਮੀ ਬਣਨਾ। ਤੇ ਉਹ ਗੱਲ ਜਿਹੜੀ ਦਿਮਾਗ ਵਿੱਚ ਸਾਡੇ ਬਚਪਨ ਵਿੱਚ ਹੀ ਪੈ ਗਈ, ਤੇ ਮਾਂ-ਬਾਪ ਦਾ ਵੀ ਕਸੂਰ ਨਹੀਂ, ਕਿਉਂਕਿ ਉਹਨਾਂ ਦੇ ਦਿਮਾਗ ਵਿੱਚ ਵੀ ਐਸਾ ਹੀ ਪਾਇਆ ਗਿਆ ਸੀ। ਇਹ ਸਦੀਆਂ ਤੋਂ ਐਸਾ ਹੀ ਸਿਲਸਿਲਾ ਚੱਲਦਾ ਆ ਰਿਹਾ ਹੈ। ਤੇ ਉਹ ਵੱਡੇ ਹੋਣ ਦੀ ਗੱਲ ਉਹ ਹੰਕਾਰ ਦੇ ਵਿੱਚ ਵੱਡਾ ਹੋਣ ਵਾਲੀ ਹੋ ਬਣਦੀ ਹੈ। ਇਸ ਲਈ ਸਤਿਗੁਰੂ ਕਹਿੰਦੇ ਬੰਦਾ ਆਪਣੇ ਆਪ ਨੂੰ ਚੀਜ਼ਾਂ ਰਾਹੀਂ ਵੱਡਾ ਕਰਨ ਦਾ ਯਤਨ ਕਰਦਾ ਹੈ, ਚੀਜ਼ਾਂ ਰਾਹੀਂ। ਤੇ ਚੀਜ਼ਾਂ ਰਾਹੀਂ ਕੋਈ ਆਦਮੀ ਵੱਡਾ ਹੁੰਦਾ ਨਹੀਂ। ਹਰ ਆਦਮੀ ਆਪਣੇ ਆਪ ਵਿੱਚ ਵੱਡਾ ਹੀ ਹੈ, ਆਪਣੇ ਆਪ ਵਿੱਚ ਚੰਗਾ ਹੀ ਹੈ, ਪਰ ਜਦੋਂ ਉਹ ਚੰਗਾ ਦੁਨੀਆ ਦੇ ਸਾਹਮਣੇ ਆਪਣੇ ਆਪ ਨੂੰ ਸਿੱਧ ਕਰਨਾ ਚਾਹੁੰਦਾ ਹੈ ਤਾਂ ਫਿਰ ਉਹ ਕੁਛ ਨਾ ਕੁਛ ਵੱਖਰਾ ਕਰੇਗਾ। ਦਾਨ ਪੁੰਨ, ਪੂਜਾ ਪਾਠ, ਲੋਕਾਂ ਨੂੰ ਦਿਖਾ ਕੇ, ਇਸ ਢੰਗ ਨਾਲ ਕਿ ਮੈਂ ਵੱਡਾ ਹੋਵਾਂ। ਇਸ ਢੰਗ ਨਾਲ ਕਦੇ ਵੱਡਾ ਨਹੀਂ ਹੋਇਆ ਜਾਂਦਾ। ਸਤਿਗੁਰੂ ਕਹਿੰਦੇ ਤੂੰ ਵੱਡਾ ਹੈ ਹੀ, ਬਸ ਕਾਫੀ ਹੈ, ਤੈਨੂੰ ਵੱਡਾ ਬਣ ਕੇ ਦਿਖਾਉਣ ਦੀ ਜ਼ਰੂਰਤ ਨਹੀਂ ਹੈ। ਤੂੰ ਉੱਚਾ ਹੈ ਹੀ, ਤੈਨੂੰ ਕੁਛ ਕਰਨ ਦੀ ਜ਼ਰੂਰਤ ਨਹੀਂ। ਨਾਲੇ ਦੂਸਰੇ ਨੂੰ ਵੱਡਾ ਬਣ ਕੇ ਦਿਖਾ ਕੇ ਅਸੀਂ ਕਰਾਂਗੇ ਵੀ ਕੀ, ਹਾਸਲ ਵੀ ਕੀ ਕਰਾਂਗੇ? ਕੁਛ ਵੀ ਤਾਂ ਨਹੀਂ। ਜੇ ਕੋਈ ਬੰਦਾ ਸਾਨੂੰ ਸਮਝ ਵੀ ਲਵੇ ਕਿ ਹਾਂ ਇਹ ਬੰਦਾ ਵੱਡਾ ਹੈ, ਤਾਂ ਫਿਰ ਇਹਦਾ ਕੀ ਫਾਇਦਾ? ਕੁਛ ਵੀ ਨਹੀਂ। ਕਿ ਉਹਦੇ ਨਾਲ ਕੁਛ ਹੋਏਗਾ? ਉਹਦੇ ਨਾਲ ਕੁਛ ਨਹੀਂ ਹੋਣਾ। ਬਸ ਇੱਕ ਮਨ ਦੀ ਸੋਚ ਹੈ, ਸਾਡੀ ਮਨ ਦੀ ਵਿਚਾਰ ਹੈ, ਹੋਰ ਕੁਛ ਵੀ ਨਹੀਂ ਹੈ। ਇਸ ਕਰਕੇ ਸਤਿਗੁਰੂ ਸਮਝਾਉਂਦੇ, ਸਤਿਗੁਰੂ ਕਹਿੰਦੇ ਤੂੰ ਵੇਖ, ਅਤ ਸੋਹਣੀ ਸਰੂਪ ਸੁਜਾਨ ਵਿਚਖਣ। ਸੋਹਣਾ ਤੇਰਾ ਸਰੂਪ, ਸੁਜਾਨ, ਸਿਆਣਾ, ਚੰਗੇ ਲੱਛਣਾਂ ਵਾਲਾ, ਪਰ ਅਤ ਗਰਭ ਹੈ ਮੋਹ ਫਾਕੀ ਤੋਂ। ਸਤਿਗੁਰੂ ਕਹਿੰਦੇ ਹੰਕਾਰ ਦੇ ਵਿੱਚ ਅਤ ਗਰਭ, ਅਤ ਹੰਕਾਰ, ਮੋਹ ਵਿੱਚ, ਹੰਕਾਰ ਵਿੱਚ ਤੂੰ ਫਸਿਆ ਪਿਆ। ਤਾਂ ਸਤਿਗੁਰੂ ਕਹਿੰਦੇ ਤੇਰੇ ਸੋਹਣੇ ਸਰੂਪ ਨੂੰ ਫਿਰ ਕੀ ਕਰਨਾ ਹੈ? ਕਿਉਂਕਿ ਸੋਹਣੇ ਹੋਣ ਦਾ ਹੰਕਾਰ ਹੈ ਕਿ ਮੇਰੇ ਵਰਗਾ ਸੋਹਣਾ ਕੋਈ ਨਹੀਂ, ਮੇਰੇ ਵਰਗਾ ਸਿਆਣਾ ਕੋਈ ਨਹੀਂ। ਸਤਿਗੁਰੂ ਕਹਿੰਦੇ ਤੇਰੀ ਸਿਆਣਪ ਗਈ ਖੂਹ ਖਾਤੇ, ਤੇਰਾ ਸੋਹਣਾਪਨ ਉਹ ਗਿਆ ਟੱਠੇ ਖੂਹ 'ਚ, ਕਿਉਂਕਿ ਤੂੰ ਤਾਂ ਉਹਦਾ ਹੰਕਾਰ ਕਰਕੇ ਬਹਿ ਗਿਆ, ਤੂੰ ਤਾਂ ਉਹਦੀ ਹਉਮੈ ਕਰਕੇ ਬਹਿ ਗਿਆ। ਸੋਹਣਾ ਸਰੂਪ ਜੇ ਮਿਲਿਆ ਹੋਇਆ ਹੈ, ਸੋਹਣੇ ਨੈਣ ਨਕਸ਼ ਮਿਲੇ ਹੋਏ ਨੇ, ਤਾਂ ਇਸ ਦੇ ਵਿੱਚ ਹੰਕਾਰ ਕਰਨ ਵਾਲੀ ਕੀ ਗੱਲ ਹੈ? ਇਹਦੇ ਵਿੱਚ ਹੰਕਾਰ ਕਰਨ ਵਾਲੀ ਕੀ ਗੱਲ ਹੈ? ਜੇ ਮੈਨੂੰ ਕੱਪੜੇ ਪਾਉਣ ਦਾ ਢੰਗ ਸਲੀਕਾ ਹੈ ਤਾਂ ਇਹਦੇ ਵਿੱਚ ਹੰਕਾਰ ਕਰਨ ਵਾਲੀ ਕੀ ਗੱਲ? ਮੈਨੂੰ ਸੋਹਣੀ ਦਸਤਾਰ ਬੰਨਣ ਦਾ ਬਲ ਹੈ ਕਿ ਮੈਂ ਬਹੁਤ ਸੋਹਣੀ ਪੱਗ ਬੰਨ ਲੈਣਾ, ਤਾਂ ਇਹਦੇ ਵਿੱਚ ਹੰਕਾਰ ਵਾਲੀ ਕੀ ਗੱਲ ਹੈ? ਕੁਛ ਵੀ ਤਾਂ ਨਹੀਂ। ਪਰ ਬੰਦਾ ਇਸ ਗੱਲ ਵਿੱਚ ਵੀ ਹੰਕਾਰ ਕਰਦਾ ਕਿ ਮੈਂ ਬੜੀ ਵਧੀਆ ਪੱਗ ਬੰਨ ਲੈਂਦਾ,
मैं बहुत वधिया सलाह दिना जी, इस गल का भी बंदा हंकार कर लेंदा। अखां सोहणियां ने, सारियां दियां सोहणियां ही हुंदियां, ते इस गल का हंकार कि मेरियां तो जी अखां ही बड़ियां सोहणियां। सतगुरु कहते इस मोह दे विच, इस हंकार विच तूं फसिया होया, ते मैनूं दस भला कि इस हंकार विच उलझ के हासिल की होवेगा। बस अपने आप को दूसरिਆਂ नालों वखरा करके देखदा है कि मेरे हथ पैर दूसरिਆਂ नालों सोहणे ने, मेरा शरीर दूसरिਆਂ नालों ज़्यादा सोहना है। बस हंकार है, होर कुछ भी नहीं है, जद कि कुछ है नहीं इहदे विच। सतगुरु कहंदे समझ जरा, इस गल नूं जान जरा। प्रथमे तेरी नीकी जात, सतगुरु कहंदे सब तो पहला तेरी जात, तू जिहड़ी जात विच जन्म लिया, जिस खानदान बरादरी विच। बंदा जात का भी हंकार करता है। सतगुरु कहंदे मान लो कि तू वड्डी जात, उच्ची जात विच जम्मिया। इत्थे भावार्थ इहदा होर है। प्रोफैसर साहब सिंह होरां ने इहदा अर्थ कीता है मनुखा जन्म, कि सब तो पहली गल कि तू मनुख है, कि तेरी ये जात है कि तू मनुख है, तू मनुख प्रजाति विचों है। जिवें पशु ने, आप कहने जी पशुआं दीयां प्रजातियां, बंदियां दीयां प्रजातियां थोड़ी ना होंदियां, बंदा तो बंदा ही हुंदा बस। जानवरां दीयां प्रजातियां होंदियां, पेड़ पौदियां दीयां प्रजातियां होंदियां। जिवें गुलाब दीयां प्रजातियां, गुलाब पीला भी है, गुलाबी भी है, गहरा गुलाबी भी है, हल्का गुलाबी भी है, सफेद रंग का भी है। उहदियां जातां ने, आपां कहने ये इन्नियां प्रजातियां वाला है। शेरां दीयां प्रजातियां ने, चीतियां दीयां, टाइगर दीयां उन्हां दीयां प्रजातियां ने, कावां दीयां, तोतियां दीयां, पशुआं पंछियां सब दीयां, मੱਝਾਂ गावां दीयां ਵੱਖ-ਵੱਖ प्रजातियां। बंदे की थोड़ी ना कोई प्रजाति होंदी है। बस बंदे का सिर्फ इन्ना कह कि वो जिहो जे इलाके में रहिंदा उहदा रूप रंग उहो जिहा हुंदा है। बस ज़्यादा गर्मी वाले इलाकों में, अफ्रीका वर्गे इलाकों में रहन करके उत्थों के लोगों का रंग थोड़ा काला हुंदा है। बस ये उत्थों के एटमोसफेयर ते उत्थों के वातावरण के उत्ते निर्भर करता है। बंदे का रूप रंग, उहदा कद काठ वो कैसा होवेगा, उत्थों के वातावरण के उत्ते निर्भर करता है। बस होर कोई फर्क नहीं है। इसलिए प्रजातियां सिर्फ पशुआं अंदर होंदियां, बंदियां अंदर नहीं होंदियां। सतगुरु कहंदे पहली गल तू मनुख है, यही बहुत वड्डी गल है। तू जानवर नहीं है, तू पशु नहीं है। प्रथमे तेरी नीकी जात, जिन्हों दूसरे पक्ष तो भी देखिए कि बंदा उच्ची जात विच जम्मिया, कि उच्चे खानदान, उच्ची बरादरी विच जन्मिया। सतगुरु कहंदे प्रथमे तेरी नीकी जात, द्वितीया तेरी मनिए पांत। कि तेरा पांत मतलब जात पात, पात खानदान, कि फलाने खानदान वाला आदमी है। तेरा खानदान भी उच्चा, जिन्हों सारे मानते हैं कि हाँ जी उच्चे खानदान वाला, उच्ची बरादरी वाला। तृतीया तेरा सुंदर रूप, तीसरा जे तेरा रूप बड़ा सुंदर है, बड़े सोहने स्वरूप वाला है। पर सतगुरु कहंदे ऐसा सुंदर स्वरूप, उच्ची जात, उच्चा खानदान, ये सब चीज़ां, ये सब रूप ये बिगड़ जाते हैं। कदों बिगड़ रूप मन में अभिमान, जदों मन दे विच बंदा अभिमान कर लैंदा है, जदों हंकार कर लैंदा है कि मैं तो फलानी बरादरी नाल संबंध रखदा है, मैं तो फलाने खानदान विचों हाँ। सतगुरु कहंदे जिन्ना मर्जी बंदा सोहना होवे, जदों वो जात दा हंकार कर लैंदा है तां उहदा सोहणापन गया, बिगड़ गया रूप, उहदा स्वरूप बिगड़ गया। हुण नहीं वो सोहना लगदा।
ਹੰਕਾਰ ਬੰਦੇ ਦੀ ਸ਼ਕਲ ਵਿਗਾੜ ਛੱਡਦਾ ਜੇ। ਹੰਕਾਰ ਸੋਹਣੇ ਆਦਮੀ ਨੂੰ ਵੀ ਉਹ ਸੋਹਣਾ ਕਰ ਦਿੰਦਾ, ਭੈੜਾ ਕਰ ਦਿੰਦਾ। ਜਿੰਨੀ ਮਰਜ਼ੀ ਸ਼ਕਲ ਸੂਰਤ ਬਹੁਤ ਪਿਆਰੀ ਹੋਵੇ, ਸੁੰਦਰ ਹੋਵੇ, ਪਰ ਹੰਕਾਰ ਉਸ ਨੂੰ ਬਹੁਤ ਬਦਸੂਰਤ ਕਰ ਦਿੰਦਾ ਹੈ। ਇਸ ਲਈ ਬਹੁਤ ਸਾਰੇ ਲੋਕਾਂ ਦੇ ਕੋਲ ਸੁੰਦਰ ਸਰੂਪ ਹੈ, ਬਹੁਤ ਸਾਰੇ ਲੋਕ ਉੱਚੀ ਜਾਤ ਨਾਲ ਸੰਬੰਧ ਰੱਖਦੇ ਨੇ, ਬਹੁਤ ਸਾਰੇ ਲੋਕਾਂ ਕੋਲ ਪੈਸਾ ਹੈ, ਪਰ ਉਹ ਪੈਸਾ, ਉਹ ਰੂਪ, ਉਹ ਸਭ ਬੇਕਾਰ ਹੋ ਜਾਂਦਾ ਜਦੋਂ ਉਹਦਾ ਉਹ ਹੰਕਾਰ ਕਰ ਲੈਂਦੇ ਨੇ, ਉਹਦੀ ਉਹ ਹਉਮੈ ਕਰ ਲੈਂਦੇ ਨੇ। ਇਸ ਲਈ ਅਸੀਂ ਲੋਕ ਐਸੇ ਇਹਨਾਂ ਜਾਤਾਂ ਪਾਤਾਂ ਦੇ ਚੱਕਰ ਵਿੱਚ ਉਲਝੇ ਹਾਂ ਕਿ ਇਹ ਸਾਡੇ ਅੰਦਰੋਂ ਜਾਂਦੀਆਂ ਨਹੀਂ, ਇਹ ਮਿਟਦੀਆਂ ਨਹੀਂ। ਗੁਰੂ ਸਾਹਿਬ ਨੇ ਜਿੰਨਾ ਜਾਤ ਪਾਤ ਨੂੰ ਖਤਮ ਕਰਨ ਦੇ ਉੱਤੇ ਜ਼ੋਰ ਦਿੱਤਾ ਤੇ ਉਹਨਾਂ ਨੇ ਕਰਿਆ ਵੀ, ਕਰਕੇ ਵਿਖਾਇਆ ਇਸ ਗੱਲ ਨੂੰ। ਤੇ ਵੱਡੀ ਗਿਣਤੀ ਦੇ ਵਿੱਚ ਨੀਵੀਆਂ ਜਾਤਾਂ ਵਾਲੇ ਉੱਠ ਕੇ ਗੁਰੂ ਦੇ ਸੇਵਕ ਹੋ ਗਏ। ਜਦੋਂ ਗੁਰੂ ਨੇ ਜਾਤ ਪਾਤ ਖਤਮ ਕਰ ਦਿੱਤੀ, ਬਾਬਾ ਬੰਦਾ ਸਿੰਘ ਬਹਾਦਰ ਦੇ ਸਮੇਂ ਦੇ ਵਿੱਚ ਬਹੁਤ ਸਾਰੇ ਨੀਵੀਆਂ ਜਾਤਾਂ ਵਾਲੇ ਲੋਕ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਜੁੜ ਗਏ। ਤੇ ਉਸ ਵੇਲੇ ਇਹ ਗੱਲ ਆਮ ਪ੍ਰਚਲਿਤ ਸੀ ਕਿ ਜਿਹੜਾ ਵੀ ਬੰਦਾ ਬਹਾਦਰ ਦੀ ਫੌਜ ਵਿੱਚ ਸ਼ਾਮਲ ਹੁੰਦਾ ਹੈ, ਉਹ ਕਿਸੇ ਨਾ ਕਿਸੇ ਇਲਾਕੇ ਦਾ ਰਾਜ ਲੈ ਕੇ ਮੁੜਦਾ ਹੈ, ਰਾਜ ਲੈ ਕੇ ਮੁੜਦਾ ਸੀ। ਇਸ ਲਈ ਜਾਤ ਪਾਤ ਵਿੱਚ ਕੱਖ ਨਹੀਂ ਹੈ, ਪਰ ਸਾਡੇ ਮਨਾਂ ਵਿੱਚੋਂ ਇਹ ਜਾਂਦਾ ਨਹੀਂ। ਅਸੀਂ ਜਿੰਨਾ ਮਰਜ਼ੀ ਗੁਰਬਾਣੀ ਨੂੰ ਪੜ੍ਹਦੇ ਰਹੀਏ, ਜਿੰਨਾ ਮਰਜ਼ੀ ਆਪਣੇ ਘਰ ਪਾਠ ਕਰਾਉਂਦੇ ਰਹੀਏ, ਪਰ ਹੰਕਾਰ ਜਾਤ ਦਾ ਸਾਡੇ ਮਨਾਂ ਵਿੱਚੋਂ ਨਿਕਲਦਾ ਨਹੀਂ ਹੈ। ਇਹ ਬੜਾ ਭੈੜਾ ਕੋੜ ਹੈ ਜਿਹੜਾ ਸਾਨੂੰ ਲੱਗਾ ਹੋਇਆ ਹੈ। ਤੇ ਇਹ ਕੋੜ ਹੌਲੀ ਹੌਲੀ ਅੰਦਰੋਂ ਅੰਦਰ ਹੀ ਵੱਧਦਾ ਜਾਂਦਾ ਹੈ। ਬਾਹਰੋਂ ਭਾਵੇਂ ਨਹੀਂ ਦਿਸਦਾ, ਪਰ ਅੰਦਰੋਂ ਅੰਦਰ ਹੀ ਬੰਦੇ ਨੂੰ ਖੋਖਲਾ ਕਰ ਰਿਹਾ ਹੈ, ਖਾਸ ਕਰ ਸਿੱਖਾਂ ਨੂੰ। ਸਤਿਗੁਰੂ ਕਹਿੰਦੇ ਇਹ ਬੰਦੇ ਨੂੰ ਵਿਗਾੜ ਦਿੰਦਾ ਹੈ, ਇਹਦੇ ਰੂਪ ਨੂੰ। ਵਿਗੜ ਰੂਪ ਮਨ ਮੈਂ ਅਭਿਮਾਨ, ਕਿ ਇਹ ਅਭਿਮਾਨ ਬੰਦੇ ਨੂੰ ਵਿਗਾੜ ਦਿੰਦਾ ਹੈ। ਸੋਹਣੀ ਸਰੂਪ ਸੁਜਾਨ ਵਿਚਖਣ ਅਤ ਗਰਵ ਮੋਹ ਫਾਕੀ ਤੋਂ। ਸਤਿਗੁਰੂ ਕਹਿੰਦੇ ਜਿੰਨੀ ਮਰਜ਼ੀ ਤੂੰ ਸੋਹਣੀ ਹੈ, ਜਿੰਨਾ ਮਰਜ਼ੀ ਤੇਰਾ ਸੁੰਦਰ ਸਰੂਪ ਹੈ, ਹੇ ਜਿੰਦੇ, ਪਰ ਜਦੋਂ ਹੰਕਾਰ ਵਿੱਚ ਫਸ ਗਈ ਤਾਂ ਸਭ ਬੇਕਾਰ ਰਹਾਓ। ਅਤ ਸੂਚੀ ਤੇਰੀ ਪਾਕਸ਼ਾਲ। ਪਾਕਸ਼ਾਲ ਕਹਿੰਦੇ ਨੇ ਰਸੋਈ, ਕਿ ਤੇਰੀ ਰਸੋਈ ਜਿੱਥੇ ਤੂੰ ਖਾਣਾ ਤਿਆਰ ਕਰਦਾ ਹੈ, ਭਾਵੇਂ ਜਿੰਨਾ ਮਰਜ਼ੀ ਸੁੱਚਾ ਹੋਵੇ, ਸਾਫ ਸਫਾਈ। ਆਪਾਂ ਵੇਖਦੇ ਹਾਂ ਸਾਡੇ ਘਰਾਂ ਵਿੱਚ ਰਸੋਈਆਂ ਦਾ ਅਸੀਂ ਆਪਣੇ ਬੜਾ ਧਿਆਨ ਰੱਖਦੇ ਹਾਂ ਕਿ ਸਾਫ ਸਫਾਈ ਹੋਵੇ। ਜਿੱਥੇ ਖਾਣਾ ਤਿਆਰ ਕਰਨਾ ਹੈ ਉਹ ਜਗ੍ਹਾ ਸਾਫ ਸੁਥਰੀ ਹੋਣੀ ਚਾਹੀਦੀ ਹੈ, ਕਿ ਇਹ ਨਾ ਹੋਵੇ ਕਿ ਉੱਥੇ ਮੱਖੀਆਂ ਭਿਣਕਦੀਆਂ ਫਿਰਨ, ਉੱਥੇ ਗੰਦ ਪਿਆ ਹੋਵੇ। ਨਹੀਂ, ਅਸੀਂ ਲੋਕ ਉਹਦੀ ਸਾਫ ਸਫਾਈ ਰੱਖਦੇ ਹਾਂ, ਹਰ ਚੀਜ਼ ਨੂੰ ਢੱਕ ਕੇ ਰੱਖਦੇ ਹਾਂ ਬੜਾ ਵਧੀਆ ਤਰੀਕੇ ਨਾਲ, ਸਲੀਕੇ ਨਾਲ। ਸਤਿਗੁਰੂ ਕਹਿੰਦੇ ਅਤ ਸੁੰਦਰ ਅਤ ਸੂਚੀ, ਬੜੀ ਪਵਿੱਤਰ ਤੇਰੀ ਪਾਕਸ਼ਾਲ, ਤੇਰੀ ਰਸੋਈ ਬੜੀ ਪਵਿੱਤਰ, ਬੜੀ ਸੁੰਦਰ ਤੋਂ ਸਜਾਈ ਹੈ, ਬੜੀ ਸਾਫ ਸਫਾਈ ਰੱਖੀ ਹੈ। ਕਰ ਇਸ਼ਨਾਨ ਪੂਜਾ ਤਿਲਕ ਲਾਲ, ਤੂੰ ਆਪ ਵੀ ਸਾਫ ਸੁਥਰਾ ਹੋ ਕੇ ਇਸ਼ਨਾਨ ਕਰਕੇ ਆਪਣੇ ਮੱਥੇ ਤੇ ਤਿਲਕ ਲਾ ਕੇ ਪੂਜਾ ਪਾਠ ਕਰਦਾ। ਖਾਣਾ ਤਿਆਰ ਕਰਦਾ ਤਾਂ ਚੰਗੀ ਤਰ੍ਹਾਂ ਆਪਣੇ ਹੱਥਾਂ ਨੂੰ ਸਾਬਣ ਨਾਲ ਸਾਫ਼ ਕਰ ਲੈਂਦਾ। ਅੱਜ ਕੱਲ੍ਹ ਤੇ ਲੋਕ ਜ਼ਿਆਦਾ ਇਹਨਾਂ ਚੀਜ਼ਾਂ ਦਾ ਖਿਆਲ ਰੱਖਦੇ ਨੇ ਕਿ ਚੰਗੀ ਤਰ੍ਹਾਂ ਸੈਨੀਟਾਈਜ਼ ਕਰ ਲੈਂਦੇ ਨੇ, ਹੱਥਾਂ ਨੂੰ ਸਾਫ਼ ਕਰ ਲੈਂਦੇ ਨੇ, ਸਾਬਣ ਨਾਲ ਕਈ ਵਾਰੀ ਧੋਂਦੇ ਨੇ। ਪੂਜਾ ਪਾਠ ਕਰਨ ਲੱਗਿਆਂ ਵੀ ਚੰਗੀ ਤਰ੍ਹਾਂ ਆਪਣੇ ਹੱਥਾਂ ਪੈਰਾਂ ਨੂੰ ਧੋਂਦੇ ਨੇ, ਇਸ਼ਨਾਨ ਕਰਦੇ ਨੇ। ਕਰ ਇਸ਼ਨਾਨ ਪੂਜਾ ਤਿਲਕ ਲਾਲ, ਗੱਲੀ ਗਰਵੈ ਮੁਖ ਗੋਵੈ ਗਿਆਨ। ਸਤਿਗੁਰੂ ਕਹਿੰਦੇ ਗੱਲੀ ਬਾਤੀ ਗਿਆਨ ਦੀਆਂ ਗੱਲਾਂ ਕਰਦਾ, ਆਪਣੇ ਮੂੰਹ ਤੋਂ ਗਿਆਨ ਦੀਆਂ ਗੱਲਾਂ ਕਰਦਾ। ਬੜੀਆਂ ਸਿਆਣੀਆਂ ਸਿਆਣੀਆਂ ਲੋਕ ਬੜੀਆਂ ਸਿਆਣੀਆਂ ਗੱਲਾਂ ਕਰਦੇ ਨੇ, ਦੁਨੀਆ ਭਰ ਦੇ ਵਿੱਚ ਕੀ ਕੁਝ ਵਾਪਰ ਰਿਹਾ, ਕੌਣ ਕਿੱਥੇ ਕੀ ਕਰ ਰਿਹਾ, ਲੋਕ ਬੜੀਆਂ ਸਿਆਣਪ ਭਰਪੂਰ ਗੱਲਾਂ ਕਰਦੇ ਨੇ। ਤੁਸੀਂ ਦੇਖੋ ਕਦੇ ਪਾਰਕਾਂ ਦੇ ਵਿੱਚ ਬੈਠੇ ਲੋਕ ਗੱਲਾਂ ਕਰਦੇ,
कि जिवें दुनिया भर का ज्ञान उन्होंने ही मिल गया हो। सतगुरु कहते ज्ञान दीयां गल्लां करदा है, गल्ली गर्व है, गल्लां दे विच गल्ली हंकार भी करदा है, गल्लां बातां दे विच वड्डा भी हुंदा है ते ज्ञान दीयां गल्लां भी करदा है। पर सब विद खोई लोभ सुहान, ये सारा कुछ सतगुरु कहते खो लिया, बेकार गया। जदों लोभ रूपी कुत्ता बंदे दे अंदर बैठा होवे तां ये सारियां चीज़ां बेकार ने। ये सब कुछ बेअर्थ। जिन्ना मर्जी साफ सफाई रखते रहिए अपनी रसोई विच, जिन्ना मर्जी पूजा पाठ शुद्ध हो के इशनान कर करके करते रहिए, जिन्ना मर्जी सतगुरु कहते ज्ञान दीयां गल्लां करते रहिए, उन्हां दा कोई लाभ नहीं जे मन विच लोभ बैठा होया। सब विद खोई लोभ सुहान, लोभ रूपी कुत्ते ने सारा कुछ खो लिया। लोभ बैठा होया बंदे दे अंदर चौंकड़ा मार के। कापर पैरै भोगै भोग। सतगुरु कहते कई तरह के बंदा कपड़े पहनदा है, रंग बरंगे वधिया तो वधिया, भोगै भोग, कई तरह के चीज़ों के भोग भोगदा, कई तरह दी चीज़ां खांदा, नवीं तो नवीं चीज़, नवीं आइटम, कुछ ना कुछ नवा, पुराना नहीं। वो कहंदा जी ये तो कल भी खादा सी, ये तो रोज़ खांदे आ, कुछ नवा लियाओ। ऐसे भी कई लोग ने, वो खाना भी कई कई दिनों बाद रिपीट करते हैं जाके, जो फलाने दिन अज चीज़ खा ली वो महीने बाद जाके खानी। ऐसे भी बहुत सारे लोग हैं। सतगुरु कहते कई तरह के भोग भोगदा, कई तरह के पदार्थ खांदा। आचार करे शोभा में लोग, धार्मिक आचरण, धार्मिक आचार, पूजा पाठ, ताकि लोगों के विच शोभा होवे, शोभा में लोग, कि लोग शोभा करन, इसलिए वो धार्मिक कर्म करता है, दान पुण्य करता है। चोआ चंदन सुगंध विस्तार, अपने शरीर के उपर कई तरह दी सुगंधियां लाउंदा है, कई तरह के ड्यू परफ्यूम लाउंदा है कि जिथों भी लंघे उथों खुशबू आवे, हर कोई मैनू वेख के खुश हो जाए, मैनू मिले, मेरे गल लगे जां मैनू हथ मिलावे, उन्होंने मेरे हत्थां विचों, मेरे कपड़ियां विचों खुशबू आवे ते ओदी खुशबू लैके खुश हो जाए, उहदा चेहरा खिड़ जाए। सतगुरु कहते इन्ना कुछ करके जे ये सारा कुछ बंदे ने कीता, वधिया कपड़े पहने, वधिया चीज़ां खाधियां पीतियां, कई तरह के धार्मिक कर्म किए, लोगों ने शोभा भी की कि इन्हें जी बड़ा दान किया, किसी ने पैसे दान दिते, गुरुद्वारा साहब दे विच सेवा की ते उहदा नाम बोलिया गया, लोगों ने सुनिया, उन्होंने कहा जी ये तो बंदा बड़ा दानी है, ये तो हज़ारां रुपया एवें ही दान कर दिंदा। लोगों ने शोभा की, वडियाई की। सतगुरु कहते संगी खोटा क्रोध चंडाल, पर अंदर संगी कौन है? बंदे दा अंदर संगी है क्रोध। अक्रोध जिहड़ा चंडाल है ना, ये बंदे दे नाल बैठा होया। इसलिए जरा जिहा भी कोई माड़ी जी गल कह दे तां क्रोध आ जाता है, जे उहदा किते नाम बोलना रह जाए तां क्रोध आ जाता है कि मैं इन्ने पैसे दिते ने सेवा विच ते तुसीं मेरा नाम ही नहीं बोलिया। इस गल ते क्रोधित हो जाता है, निक्की निक्की गल ते क्रोधित हो जाता है कि तुसीं मेरी सिफत नहीं की, मेरी वडियाई नहीं की, इस गल ते क्रोधित हो जाता है। सतगुरु कहते संगी क्रोध खोटा, क्रोध चंडाल, अखोटापन, क्रोध उहदे अंदर बैठा होया। इसलिए इन्ना कुछ होने के बावजूद भी एक औगण बंदे नूं बर्बाद कर छड्डदा है। एक औगण अवर जोन तेरी पनिहारी। सतगुरु कहते ਜਿਹੜੀਆਂ ਇਹ बाकी सब जूना ने, पशुआं पंछियां दियां, पेड़ पौधियां, सब जूना बंदे तो बिना, ये सारियां तेरी पनिहारी, तेरियां सेवक ने। बंदा पशुआं कोलों, पंछियां कोलों बहुत कुछ करा लैंदा। शेर वर्गे खतरनाक जानवर दे कोलों भी बंदा सर्कस दे विच ਉਹਦੇ ਕੋਲੋਂ भी छाला मरवा ਲੈਂਦਾ, हाथी दे कोलों भी साइकिल चलवा ਲੈਂਦਾ। सतगुरु कहते ऐसा मनुख है कि जिहदे अगे सारे इहदा पानी भरदे ने,
अवर जोन तेरी पनिहारी, इस धरती मैं तेरी सिकदारी। इस धरती दे उत्तर हे मनुख तेरी सरदारी है, बंदे दी सरदारी है, क्योंकि सब कुछ बंदे दे तां वस है। सारी धरती मनुख दे वस विच है। इसने अपनी मर्जी नाल बहुत कुछ कर लिया, बड़ा कुछ। इसलिए सतगुरु समझाउंदे सोइना रूपा तुझ पहनाम। सोना चांदी पैसा जमीना सब कुछ सतगुरु कहंदे तेरे कोल है, तू सब कासे दा मालक, पर सील बिगाड़ियो तेरा काम। तेरे अंदर दे काम ने, तेरे अंदर दी वासना ने तेरी शीलता नूं बिगाड़ दिता। तेरे अंदर जिहड़े गुण सन उन्हां नूं बिगाड़ दिता। तेरे कोल सब कुछ सी, तू सब कासे दा मालक सी, पर तेरे अंदर दी वासना ने तैनूं बर्बाद कर छड्डिया। काम वासना लै बहिंदी बंदे नूं, ये बंदे नूं लै डुੱਬਦੀ। बंदा वासना दे अधीन बहुत सारियां गलतियां कर बैठदा है। जदों वासना बंदे दे सिर दे उत्ते सवार हुंदी है, चाहे वो काम दी होवे, क्रोध दी होवे, लोभ दी होवे, मोह दी वासना होवे, कोई भी वासना होवे, वो बंदे नूं लै डुੱਬਦੀ है। बंदा कदे उस वेले जिवें नशे दे विच बंदे नूं पता नहीं ना हुंदा कि वो की कर रहा कि की नहीं कर रहा, ऐसा ही वासना दे नशे विच हुंदा है। क्रोधी आदमी नूं थोड़ी ना पता हुंदा, उहनूं जिन्ना मर्जी समझाओ कि भाई छड्ड, कुछ नहीं है इहदे विच, लड़ना, पर वो सुणदा नहीं। वो तां मरन मारन दे उत्ते तुलिया हुंदा है। ऐसा ही लोभ विच है, ऐसा ही मोह विच है, ऐसा ही काम विच है। उस वक्त उहनूं उहदे तो बिना होर कुछ नहीं सुझदा। सतगुरु कहंदे इसलिए इस काम ने, तेरे काम ने तेरे अंदर दी सहनशीलता, तेरे अंदर दी मिठास, तेरे अंदर दे गुण, इन्हां नूं बर्बाद कर दिता। इसलिए बड़े बड़े लोग जदों वो अमीर हो जाते हैं तो वो वासनावां दे विच ग्रस्त हो जाते हैं। उन्हां नूं तुसीं अक्सर देखोगे कदे किते घूमण गए ने, कदे किते घूमण गए ने, सिर्फ वासना दे अधीन। इसलिए सतगुरु कहंदे जाको दृष्ट मैं हर राय, जिहदे उपर वाहिगुरू दी दृष्ट, परमेश्वर दी मेहर भरी निगाह जिहदे उपर, साबंदी ते लई छड़ाए। वाहिगुरू ने उस नूं किरपा करके बंधना तो, आ जिहड़ी बंदी सी ना इस माया दे विच वज्जी हुई, इहदे तो छुड़ा लिया। माया दी गुलामी तो, काम क्रोध दी गुलामी तो वाहिगुरू ने उहनूं किरपा करके छुड़ा लिया। साध संग मिल हर रस पाया, गुरु दे संग मिल के उसने वाहिगुरू दे नाम दा रस पाया। गुरु दी संगत विच जुड़ के ही वाहिगुरू दे नाम दा रस मिलदा है। कह नानक सफल ओ काया, ओ काया ओ शरीर सफल होया, ओ शरीर ओदी सफलता हुई जिसनों वाहिगुरू दे नाम दा रस मिलिया। ख्याल रखना, शरीर दा रस झूठा है। अज शरीर सोहना है, इस करके इहदा हंकार हो रहा है कि मेरे वर्गा सोहना कोई नहीं, पर जदों बुढ़े हो जावांगे ये शरीर उहो जिहा नहीं रहना जिहो जिहा हुण है, ऐसा नहीं रहेगा। अज बहुत सोहना सुरीला गाउंदे आ ते बुढ़ापे विच ऐसा गा सकांगे, इस गल दा दावा नहीं है, क्योंकि बुढ़ापे विच बंदे दी आवाज़ कई बारी समझ ही नहीं आउंदी कि वो की कहंदा। साडे पिंड दे विच एक आदमी सन, वो प्रभात फेरियां विच बहुत सोहना गाउंदे सी, हर कोई कहता सी कि यही शब्द पढ़े। वो आदमी बुढ़ा हो गया, कैनेडा दे विच मैनूं मिलिया, मैनूं मिले, जदों मैनूं बोले, मैनूं कुछ कह रहे सी, मैनूं समझ ही नहीं आया उन्होंने की कहा। मैं नेड़े हो के सुनिया, पर मैनूं कुछ समझ नहीं आया। ऐसा हुंदा है। इसलिए अज आवाज़ बहुत सोहनी है, इसदा हंकार करने की जरूरत नहीं, क्योंकि कल नूं सतगुरु कहंदे रूधा कंठ शब्द नहीं उचरे तब क्या करे प्राणी। गला रुक जाएगा फिर की करेगा। बुढ़ापे विच आवाज़ नहीं समझ आती, उन्हां दे इशारे समझ आए, बस कि इशारियां विच कुछ कह रहे, समझ नहीं आया कि बोल की रहे। इसलिए हंकार ना करो किसी भी चीज़ का, सोहनी शक्ल सूरत का, सोहने पहरावे का, पैसे का, जमीन का, जायदाद का, अहुदे का, रुतबे का, क्योंकि ये चीज़ां थोड़ चिरियां होंदियां,
ਅੱਜ ਹੈਗੀਆਂ, ਕੱਲ ਨਹੀਂ ਹੋਣਗੀਆਂ। ਹੋਣਗੀਆਂ ਵੀ ਤਾਂ ਇਹਨਾਂ ਦਾ ਕੋਈ ਲਾਭ ਨਹੀਂ ਹੋਵੇਗਾ। ਕੁਝ ਚੀਜ਼ਾਂ ਸਮੇਂ ਨਾਲ ਹੀ ਫੱਬਦੀਆਂ। ਹਾਰ ਸ਼ਿੰਗਾਰ ਉਹ ਸਮੇਂ ਦੇ ਨਾਲ ਹੀ ਫੱਬਦਾ ਹੈ। ਜਿਵੇਂ ਜਿਵੇਂ ਸਮਾਂ ਗੁਜ਼ਰਦਾ ਹੈ ਫਿਰ ਉਹ ਵੀ ਅਜੀਬ ਲੱਗਣ ਲੱਗ ਜਾਂਦਾ ਹੈ। ਹਰ ਚੀਜ਼ ਦਾ ਇੱਕ ਸੀਮਤ ਸਮਾਂ ਹੁੰਦਾ ਹੈ। ਉਹ ਸਮਾਂ ਗੁਜ਼ਰਿਆ ਤਾਂ ਫਿਰ ਉਹ ਚੀਜ਼ਾਂ ਫੱਬਦੀਆਂ ਨੇ। ਜੋ ਚੀਜ਼ ਜਵਾਨੀ ਵਿੱਚ ਬੰਦਾ ਖਾ ਪੀ ਸਕਦਾ ਹੈ, ਬੁਢਾਪੇ ਵਿੱਚ ਨਹੀਂ ਉਹ ਖਾ ਪੀ ਸਕਦਾ, ਕਿਉਂਕਿ ਉਹ ਸਰੀਰ ਉਸ ਨੂੰ ਹਜਮ ਕਰਨ ਦੇ ਯੋਗ ਨਹੀਂ ਰਿਹਾ। ਹੁਣ ਉਹ ਦੌੜ ਭੱਜ ਨਹੀਂ ਕਰ ਸਕੇਗਾ, ਇਸ ਲਈ ਖਾ ਵੀ ਲਵੇਗਾ ਤੇ ਉਹ ਹਜ਼ਮ ਨਹੀਂ ਹੋਵੇਗੀ, ਤੰਗ ਹੋਵੇਗਾ। ਹਰ ਚੀਜ਼ ਦਾ ਕੋਈ ਸੀਮਤ ਸਮਾਂ ਹੁੰਦਾ ਹੈ, ਪਰ ਲੋਕ ਇਸ ਨੂੰ ਸਮਝਦੇ ਨਹੀਂ, ਹੰਕਾਰ ਕਰਦੇ ਨੇ ਤੇ ਦੁੱਖ ਭੋਗਦੇ ਨੇ। ਸਤਿਗੁਰੂ ਕਹਿੰਦੇ ਉਹ ਸਰੀਰ ਸਫਲ ਹੈ ਕਿਹੜਾ? ਜਿਹਨੇ ਪੈਸਾ ਕਮਾਇਆ? ਨਹੀਂ। ਜਿਹਨੇ ਆਪਣੇ ਆਪ ਨੂੰ ਬਹੁਤ ਸੁੰਦਰ ਬਣਾ ਕੇ ਦੁਨੀਆ ਦੇ ਸਾਹਮਣੇ ਪੇਸ਼ ਕੀਤਾ? ਸਤਿਗੁਰੂ ਕਹਿੰਦੇ ਉਹ ਵੀ ਨਹੀਂ। ਕੌਣ ਸਫਲ ਹੈ? ਜਿਹਨੇ ਬਹੁਤ ਵੱਡੇ ਰੁਤਬੇ ਹਾਸਲ ਕੀਤੇ, ਜਿਹਨੇ ਬਹੁਤ ਅਚੀਵਮੈਂਟ ਹਾਸਲ ਕੀਤੀ? ਉਹ ਨਹੀਂ। ਸਤਿਗੁਰੂ ਕਹਿੰਦੇ ਕਾਇਆ ਉਹ ਸਫਲ ਹੈ, ਸਾਧ ਸੰਗ ਮਿਲ ਹਰ ਰਸ ਪਾਇਆ। ਜਿਹਨੇ ਵਾਹਿਗੁਰੂ ਦਾ ਰਸ, ਨਾਮ ਦਾ ਰਸ ਪਾ ਲਿਆ। ਕਹੋ ਨਾਨਕ ਸਫਲ ਉਹ ਕਾਇਆ। ਸਭ ਰੂਪ ਸਭ ਸੁਖ ਬਣੇ ਸੁਹਾਗਣ। ਸਤਿਗੁਰੂ ਕਹਿੰਦੇ ਜਦੋਂ ਵਾਹਿਗੁਰੂ ਦੇ ਨਾਮ ਦਾ ਰਸ ਬੰਦੇ ਦੇ ਅੰਦਰ ਹੋਵੇ ਤਾਂ ਸਾਰੇ ਰੂਪ, ਸਾਰੇ ਸੁੱਖ ਫਿਰ ਬਣਦੇ ਨੇ। ਫਿਰ ਆਨੰਦ ਹੀ ਆਨੰਦ ਹੈ। ਫਿਰ ਤੁਸੀਂ ਜਿੱਥੇ ਹੋ ਫਿਰ ਉੱਥੇ ਹੀ ਆਨੰਦ ਹੈ। ਸਭ ਰੂਪ ਸਭ ਸੁਖ ਬਣੇ ਸੁਹਾਗਣ, ਅਤ ਸੁੰਦਰ ਵਿਚਖਣ ਤੋਂ। ਫਿਰ ਅਤ ਸੁੰਦਰ, ਸੁੰਦਰਤਾ ਗੁਣਾਂ ਦੀ ਹੈ। ਬਾਹਰੀ ਸੁੰਦਰਤਾ ਇਹ ਹਮੇਸ਼ਾ ਨਹੀਂ ਹੈ। ਗੁਣਾਂ ਦੀ ਸੁੰਦਰਤਾ ਹਮੇਸ਼ਾ ਕੋਲ ਰਹਿੰਦੀ ਹੈ ਸਾਡੇ, ਤੇ ਸਰੀਰ ਦੀ ਸੁੰਦਰਤਾ ਉਹ ਹਮੇਸ਼ਾ ਨਹੀਂ ਰਹਿੰਦੀ। ਇਸ ਲਈ ਸਤਿਗੁਰੂ ਕਹਿੰਦੇ ਜਦੋਂ ਗੁਣ ਆ ਜਾਂਦੇ ਨੇ ਤਾਂ ਫਿਰ ਸਭ ਰੂਪ ਸਭ ਸੁੱਖ ਬਣੇ ਸੁਹਾਗਣ। ਤੇ ਸਾਰੇ ਰੂਪ ਸਾਰੇ ਸੁੱਖ ਸੁਹਾਗਣ ਕੋਲ ਨੇ, ਤੇ ਉਹਦੇ ਕੋਲ ਹੀ ਸੁੰਦਰਤਾ, ਉਹਦੇ ਕੋਲ ਹੀ ਵਿਚਖਣ, ਉਹਦੇ ਕੋਲ ਹੀ ਗੁਣ। ਇਸ ਲਈ ਗੁਣਾਂ ਨੂੰ ਗੁਰੂ ਦੇ ਦਰੋਂ ਲੈਣਾ। ਗੁਰਾਂ ਨੂੰ ਜਦੋਂ ਅਸੀਂ ਧਾਰਨ ਕਰਦੇ ਹਾਂ ਤਾਂ ਅਸੀਂ ਗੁਰੂ ਦੇ ਦਰ ਪ੍ਰਵਾਨ ਹੁੰਦੇ ਹਾਂ। ਸਤਿਗੁਰੂ ਰਹਿਮਤ ਕਰੇ। ਇਹ ਰੱਬੀ ਗੁਣ ਸਤਿਗੁਰੂ ਸਭ ਨੂੰ ਬਖਸ਼ੇ। ਹੋਈਆਂ ਭੁੱਲਾਂ ਦੀ ਖਿਮਾ ਸਤਿਗੁਰੂ ਜੀ ਅਤੇ ਆਪ ਸਰਬੱਤ ਸੰਗਤ ਬਖਸ਼ਣ ਜੋ। ਭੁੱਲਾਂ ਨਾ ਚਿਤਾਰਦੇ ਹੋਏ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।